ਹੈਲੋ एवरीवन। ਅੱਜ ਆਪਾਂ ਹੀ ਇੰਗਲਿਸ਼ ਦੀ ਕਲਾਸ ਕਰਨ ਲੱਗੇ ਹਾਂ। ਈਟੀਡੀ ਸੈਕੰਡ ਈਅਰ ਦੀ ਇਹ ਪਹਿਲੀ ਕਲਾਸ ਹੈ ਇੰਗਲਿਸ਼ ਦੀ, ਫਸਟ ਕਲਾਸ ਆਫ ਇੰਗਲਿਸ਼। ਸ਼ੁਰੂ ਕਰਦੇ ਹਾਂ। ਪਹਿਲੀ ਫਸਟ ਕਲਾਸ ਵਿੱਚ ਮੈਂ ਤੁਹਾਨੂੰ ਅੱਜ ਕਰਾ ਰਿਹਾ ਇੰਗਲਿਸ਼ ਦਾ ਹੀ ਪੇਪਰ ਡਿਸਕਸ਼ਨ ਬਾਰੇ। ਪੇਪਰ ਦਾ ਸਟਰਕਚਰ ਕਿਸ ਤਰ੍ਹਾਂ ਦਾ, ਕਿੰਨੇ ਨੰਬਰ ਦਾ ਮਾਰਕਸ ਦਾ ਪੇਪਰ ਆਉਂਦਾ ਤੁਹਾਡਾ ਰਿਟਨ ਜੋ ਹੈ, ਅਤੇ ਕਿੰਨੇ ਕਿੰਨੇ ਮਾਰਕਸ ਦੇ ਕਿੰਨੇ ਕਿੰਨੇ ਕੁਐਸਚਨ ਆਉਂਦੇ ਹਨ, ਗ੍ਰਾਮਰ ਕਿੰਨੇ ਮਾਰਕਸ ਦੀ ਹੈ, ਸਾਰਾ ਆਪਾਂ ਪੈਟਰਨ ਅੱਜ ਡਿਸਕਸ ਕਰਦੇ ਹਾਂ। ਇਹਦੇ 'ਚ ਵੀ ਮੈਂ ਤੁਹਾਨੂੰ ਗ੍ਰਾਮਰ ਅਤੇ ਸ਼ੋਰਟ ਕੁਐਸਚਨ ਜੋ ਇੱਕ ਇੱਕ ਨੰਬਰ ਦੇ ਉਹ ਇੱਕ ਵਾਰੀ ਸੋਲਵ ਕਰਾ ਰਿਹਾ। ਜੋ ਲੌਂਗ ਅਤੇ ਦੂਸਰੇ ਕੁਐਸਚਨ ਹਨ ਇੱਕ ਵਾਰੀ ਫਿਰ ਫੁੱਲ ਪੇਪਰ ਜੋ ਲਾਸਟ 'ਤੇ ਕਰਾ ਦਿੱਤਾ ਜਾਵੇਗਾ ਤੁਹਾਨੂੰ ਜੀ, ਜਦੋਂ ਕਲਾਸਾਂ ਆਪਣੀਆਂ ਕਵਰ ਹੋ ਗਈਆਂ ਫੁੱਲ ਇੰਗਲਿਸ਼ ਦੀਆਂ। ਸ਼ੁਰੂ ਕਰਦੇ ਹਾਂ ਜੀ। ਦੇਖੋ ਤੁਸੀਂ, ਇਹ ਤੁਹਾਡਾ ਪੇਪਰ ਜੋ ਹੈ 70 ਮਾਰਕਸ ਦਾ ਹੀ, 70 ਮਾਰਕਸ ਦਾ ਪੇਪਰ ਹੈ ਤੁਹਾਡਾ। ਪਿਛਲੇ ਸਾਲ ਦਾ ਹੀ 2017-19 ਸੈਸ਼ਨ ਦਾ ਪੇਪਰ ਹੈ ਇਹ। 3 ਘੰਟੇ ਦਾ ਟਾਈਮ ਤੁਹਾਨੂੰ ਪਤਾ ਹੀ ਹੈ। ਆਲ ਪਾਰਟਸ ਆਰ ਕੰਪਲਸਰੀ। ਪਾਰਟ ਏ ਵਿੱਚ ਹੀ ਪਹਿਲਾ ਕੁਐਸਚਨ ਆਉਣਗੇ, 4 ਕੁਐਸਚਨ ਹੋਣਗੇ ਜੀ ਇੱਕ ਇੱਕ ਨੰਬਰ ਦੇ, ਇੱਕ ਇੱਕ ਮਾਰਕਸ ਦੇ 4 ਕੁਐਸਚਨ। 4 ਨੰਬਰ ਇਹ ਹੈ ਜੀ ਤੁਹਾਡੇ। ਦੇਖੋ ਪਹਿਲਾ ਕੁਐਸਚਨ ਹੈ ਜੀ, ਡਿਫਾਈਨ ਮਲਟੀ ਲੈਂਗੁਅਲ ਸੁਸਾਇਟੀ ਇਨ ਵਨ ਸੈਂਟੈਂਸ। ਇੱਕ ਸੈਂਟੈਂਸ ਵਿੱਚ ਡਿਫਾਈਨ ਕਰਨਾ ਆਪਾਂ ਜੀ ਮਲਟੀ ਲੈਂਗੁਅਲ ਸੁਸਾਇਟੀ ਬਾਰੇ। ਮਲਟੀ ਲੈਂਗੁਅਲ ਜਿਸ ਨੂੰ ਪੰਜਾਬੀ 'ਚ ਆਪਾਂ ਬਹੁ ਭਾਸ਼ਾਈ ਕਹਿੰਦੇ ਹਾਂ ਜੀ, ਜ਼ਿਆਦਾ ਭਾਸ਼ਾ ਜਿੱਥੇ ਬੋਲੇ ਜਾਂ ਉਹਨੂੰ ਮਲਟੀ ਕਿਹਾ ਜਾਂਦਾ। ਮਲਟੀ ਦਾ ਮਤਲਬ ਜ਼ਿਆਦਾ ਹੁੰਦਾ, ਮਲਟੀ ਲੈਂਗੁਅਲ ਮਤਲਬ ਭਾਸ਼ਾਵਾਂ, ਬਹੁ ਭਾਸ਼ਾਵਾਂ ਜੀ। ਪਹਿਲਾ ਕੁਐਸਚਨ ਦਾ ਆਨਸਰ ਹੈ ਜੀ, ਇਹ ਸੁਸਾਇਟੀ ਵੇਅਰ ਮੈਨੀ ਲੈਂਗੁਏਜ ਆਰ ਯੂਜ਼ਡ ਇਜ਼ ਕਾਲਡ ਐਜ਼ ਏ ਮਲਟੀ ਲੈਂਗੁਅਲ ਸੁਸਾਇਟੀ। ਜਿੱਥੇ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਣ ਉਸ ਨੂੰ ਮਲਟੀ ਲੈਂਗੁਅਲ ਸੁਸਾਇਟੀ ਕਿਹਾ ਜਾਂਦਾ ਹੈ। ਇਹ ਸੁਸਾਇਟੀ ਵੇਅਰ ਮੈਨੀ ਲੈਂਗੁਏਜਿਸ ਆਰ ਯੂਜ਼ਡ ਇਜ਼ ਕਾਲਡ ਐਜ਼ ਏ ਮਲਟੀ ਲੈਂਗੁਅਲ ਸੁਸਾਇਟੀ। ਦੂਸਰਾ ਕੁਐਸਚਨ ਆਪਣਾ, ਨੇਮ ਦਾ ਥਿਊਰੀ ਡੈਟ ਬਿਲੀਵਸ ਡੈਟ ਚਿਲਡਰਨ ਲਰਨ ਲੈਂਗੁਏਜ ਥਰੂ ਇਮੀਟੇਸ਼ਨ ਐਂਡ ਪ੍ਰੈਕਟਿਸ। ਉਸ ਥਿਊਰੀ ਦਾ ਨਾਮ ਦੱਸਣਾ ਜੀ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਜੋ ਚਿਲਡਰਨ ਹੈ ਉਹ ਨਕਲ ਦੇ ਰੂਪ ਵਿੱਚ ਅਤੇ ਅਭਿਆਸ ਕਰਕੇ ਭਾਸ਼ਾ ਸਿੱਖਦਾ ਹੈ। ਇਹ ਥਿਊਰੀ ਸਕਿਨਰ ਦੀ ਦਿੱਤੀ ਹੋਈ ਹੈ ਜੋ ਕਿ ਬਿਹੇਵੀਅਰਿਸਟਿਕ ਥਿਊਰੀ ਹੈ, ਵਿਵਹਾਰਵਾਦੀ ਥਿਊਰੀ। ਪੂਰਾ ਨਾਂ ਜੇ ਇਸ ਦਾ ਲਿਖਣਾ ਹੈ ਵੈਸੇ ਤਾਂ ਇੰਨਾ ਹੀ ਬਹੁਤ ਹੈ ਜੀ ਬਿਹੇਵੀਅਰਿਸਟਿਕ ਥਿਊਰੀ ਦੇ ਅਨੁਸਾਰ, ਪਰ ਪੂਰਾ ਜੋ ਸਕਿਨਰ ਨੇ ਥਿਊਰੀ ਦਿੱਤੀ, ਸਕਿਨਰ ਓਪਰੇਟ ਕੰਡੀਸ਼ਨਿੰਗ ਥਿਊਰੀ ਹੈ ਜੀ, ਓਪਰੇਟ ਕੰਡੀਸ਼ਨਿੰਗ ਥਿਊਰੀ ਸਕਿਨਰ ਦੀ। ਥਰਡ ਕੁਐਸਚਨ ਹੀ, ਵਾਟ ਇਜ਼ ਟੈਕਸਟ ਬੁੱਕ ਰਾਈਟ ਇਨ 1 or 2 ਸੈਂਟੈਂਸ। ਟੈਕਸਟ ਬੁੱਕ ਤੁਹਾਨੂੰ ਪਤਾ ਹੀ ਹੈ ਜੋ ਆਪਣੀਆਂ ਬੁੱਕਸ ਹੁੰਦੀਆਂ ਹਨ, ਤੁਸੀਂ ਜੋ ਵੀ ਸਟੱਡੀ ਕਰਦੇ ਹੋ ਹਰੇਕ ਚੀਜ਼ ਦੀਆਂ ਟੈਕਸਟ ਬੁੱਕਸ ਹੁੰਦੀਆਂ ਹਨ, ਛੋਟੇ ਬੱਚਿਆਂ ਤੋਂ ਸ਼ੁਰੂ ਹੋ ਜਾਂਦੀਆਂ ਹਨ। ਟੈਕਸਟ ਬੁੱਕਸ ਆਰ ਦਾ ਰਿਟਨ ਫੋਰਮ ਆਫ ਨੌਲੇਜ। ਇੰਨਾ ਹੀ ਬਹੁਤ ਹੈ, ਜੇ ਤੁਸੀਂ ਇੰਨਾ ਲਿਖਣਾ ਇੱਕ ਨੰਬਰ ਦਾ ਬਹੁਤ ਹੈ। ਟੈਕਸਟ ਬੁੱਕਸ ਆਰ ਦਾ ਰਿਟਨ ਫੋਰਮ ਆਫ ਨੌਲੇਜ। ਅਤੇ ਜੋ ਜ਼ਿਆਦਾ ਥੋੜ੍ਹਾ ਲਿਖਣਾ ਚਾਹੁੰਦੇ ਤਾਂ ਹੋਰ ਲਿਖ ਸਕਦੇ ਹੋ। ਐਂਡ ਥਿੰਕਿੰਗ ਫੋਰ ਔਰਗਨਾਈਜੇਸ਼ਨ ਟੀਚਿੰਗ ਐਂਡ ਇੰਸਟਰਕਸ਼ਨ। ਇਹ ਹੈ ਜੀ ਟੈਕਸਟ ਬੁੱਕਸ ਬਾਰੇ। ਅਗਲਾ ਕੁਐਸਚਨ ਹੈ ਜੀ, ਵਾਟ ਇਜ਼ ਦਾ ਫੁੱਲ ਫੋਰਮ ਆਫ CEE। CEE ਦੀ ਫੁੱਲ ਫੋਰਮ ਹੈ ਜੀ ਕੰਟੀਨਿਊਸ ਐਂਡ ਕੰਪਰੈਂਸਿਵ ਐਵੈਲਿਊਏਸ਼ਨ। ਕੰਟੀਨਿਊਸ ਐਂਡ ਕੰਪਰੈਂਸ਼ਨ ਐਵੈਲਿਊਏਸ਼ਨ। ਅੱਗੋਂ ਜੋ ਤੁਹਾਡੇ ਕੁਐਸਚਨ ਹੈ ਜੀ, ਇਹ 4 ਕੁਐਸਚਨ ਤੁਹਾਡੇ ਇੱਕ ਇੱਕ ਨੰਬਰ ਦੇ ਹੁੰਦੇ ਆ। ਉਸ ਤੋਂ ਬਾਅਦ ਜੋ 6 ਕੁਐਸਚਨ ਆਉਂਦੇ ਹਨ, 6 ਚੋਂ 4 ਕਰਨੇ ਹੁੰਦੇ ਹਨ 4 ਨੰਬਰ ਦੇ। 16 ਮਾਰਕਸ ਦਾ ਇਹ 16 4 20 ਨੰਬਰ ਦਾ ਪੇਪਰ ਤੁਹਾਡਾ ਇੱਥੋਂ ਤੱਕ ਹੀ ਹੋ ਜਾਊਗਾ ਜੀ। ਇਸ ਵਿੱਚ ਪਹਿਲਾ ਕੁਐਸਚਨ ਜੋ ਆਇਆ ਸੀ, 4 ਕੁਐਸਚਨ ਕਰਨੇ ਹੁੰਦੇ ਹਨ। ਪਹਿਲਾ ਕੁਐਸਚਨ ਸੀ, ਵਾਟ ਇਜ਼ ਦਾ ਡਿਫਰੈਂਸ ਬਿਟਵੀਨ ਫਸਟ ਐਂਡ ਦਾ ਸੈਕਿੰਡ ਲੈਂਗੁਏਜ। ਫਸਟ ਈਅਰ ਵਿੱਚ ਵੀ ਤੁਸੀਂ ਕੀਤਾ ਹੈ ਜੀ ਫਸਟ ਲੈਂਗੁਏਜ ਬਾਰੇ ਅਤੇ ਸੈਕਿੰਡ ਲੈਂਗੁਏਜ ਬਾਰੇ, ਉਸ ਵਿੱਚ ਡਿਫਰੈਂਸ ਹੀ ਕਰਨਾ। ਅਗਲਾ ਹੀ, ਵਾਟ ਇਜ਼ ਕਮਿਊਨੀਕੇਟਿਵ ਲੈਂਗੁਏਜ ਟੀਚਿੰਗ। ਕਮਿਊਨੀਕੇਟਿਵ ਲੈਂਗੁਏਜ ਟੀਚਿੰਗ CLT, ਇਹ ਵੀ ਫਸਟ ਈਅਰ ਵਿੱਚ ਹੈ ਸੀ ਟੋਪਿਕ ਹੀ, ਉਸ ਬਾਰੇ। ਰਾਈਟ ਬੇਸਿਕ ਪ੍ਰਿੰਸੀਪਲ ਆਫ ਆਡੀਓ ਲੈਂਗੁਅਲ ਮੈਥਡ। ਆਡੀਓ ਲੈਂਗੁਅਲ ਜੋ ਮੈਥਡ ਹੈ ਉਸ ਬਾਰੇ ਹੀ ਬੇਸਿਕ ਪ੍ਰਿੰਸੀਪਲ ਕੀ ਹੈ। ਰਾਈਟ ਏ ਸ਼ੋਰਟ ਨੋਟ ਔਨ ਕ੍ਰਿਟੀਕਲ ਲਿਟਰੇਸੀ। ਵਾਈ ਸ਼ੁੱਡ ਏ ਟੀਚਰਸ ਟਾਕ ਟਾਈਮ ਇਨ ਕਲਾਸ ਰੂਮ ਬੀ ਰਿਡਿਊਸਡ। ਜੋ ਟੀਚਰ ਦਾ ਟਾਕ ਟਾਈਮ ਜੋ ਬੋਲਣ ਦਾ ਸਮਾਂ ਉਹ ਕਾਹਤੋਂ ਘਟਾ ਦਿੱਤਾ ਗਿਆ ਹੈ। ਹਾਊ ਕੈਨ ਡਿਕਟੇਸ਼ਨ ਬੀ ਯੂਜ਼ਡ ਫੋਰ ਅਸੈਸਮੈਂਟ। ਅਸੈਸਮੈਂਟ ਲਈ ਡਿਕਟੇਸ਼ਨ ਕਿਵੇਂ ਵਰਤੀ ਜਾਂਦੀ ਹੈ। ਇਹਨਾਂ ਜੋ ਤੁਹਾਨੂੰ 4 ਕੁਐਸਚਨ ਆਉਂਦੇ ਹਨ ਉਹ ਕਰਨੇ ਹੁੰਦੇ ਹਨ। ਇਹ ਕੁਐਸਚਨ ਜੋ ਜੀ 4 ਮਾਰਕਸ ਦਾ ਕੁਐਸਚਨ ਹੈ, ਇਹ ਤੁਸੀਂ ਘੱਟ ਤੋਂ ਘੱਟ 1.5 ਸ਼ੀਟ ਦਾ ਲਿਖਿਆ ਕਰੋ ਜੀ, 1.5 ਤੇ 2 ਸ਼ੀਟ ਦੇ ਵਿੱਚ। ਪਰ ਇੰਗਲਿਸ਼ ਥੋੜ੍ਹੀ ਤੁਸੀਂ ਘੱਟ ਲਿਖ ਲਓ, ਪਰ ਗਲਤੀਆਂ ਘੱਟ ਕਰਿਆ ਹੋਈ ਜੀ। ਜੇ ਗਲਤੀਆਂ ਜ਼ਿਆਦਾ ਕਰੋਗੇ, ਲਿਖੋਗੇ ਜ਼ਿਆਦਾ ਤਾਂ ਨੰਬਰ ਘੱਟ ਮਿਲਣਗੇ। ਥੋੜ੍ਹਾ ਘੱਟ ਲਿਖ ਲਓਗੇ ਪਰ ਗਲਤੀਆਂ ਨਹੀਂ ਹੋਣਗੀਆਂ ਤਾਂ ਨੰਬਰ ਮਿਲ ਸਕਦੇ ਜ਼ਿਆਦਾ ਵਧੀਆ ਜੀ। ਸ਼ੁਰੂ ਕਰਦੇ ਹਾਂ ਅੱਗੋਂ। ਅਗਲੇ ਜਿਹੜੇ ਕੁਐਸਚਨ ਹੈ ਜੀ 8 ਮਾਰਕਸ ਦੇ ਕੁਐਸਚਨ ਹਨ ਜੀ। 4 ਕੁਐਸਚਨ ਹੀ ਹਨ, 8 ਚੌਕਾ 32 ਮਾਰਕਸ ਦਾ ਇਹ ਕੰਮ ਹੈ ਜੀ। 32 ਦਾ ਇਹ ਹੈ, 20 ਪਹਿਲਾਂ ਹੋ ਗਏ, 52 ਮਾਰਕਸ ਤੁਹਾਡੇ ਇੱਥੋਂ ਤੱਕ ਪੂਰੇ ਹੋ ਗਏ। ਇਹਦੇ 'ਚ ਤੁਹਾਨੂੰ ਹਰੇਕ ਕੁਐਸਚਨ ਵਿੱਚ ਹੀ
ਇੱਕ ਚੋਇਸ ਹੈ, ਦੋਵਾਂ ਚੋਂ ਇੱਕ ਕਰਨਾ ਹੁੰਦਾ। ਜਿਵੇਂ ਪਹਿਲਾ ਕੁਐਸਚਨ ਆਇਆ ਸੀ, ਏ ਵਿੱਚ ਦੋ ਕੁਐਸਚਨ ਹਨ। ਡਿਸਕਸ ਇੰਗਲਿਸ਼ ਐਜ਼ ਦਾ ਲੈਂਗੁਏਜ ਆਫ ਪ੍ਰੈਸਟੀਜ ਐਂਡ ਪਾਵਰ, ਪਹਿਲਾ ਕੁਐਸਚਨ ਇਹ ਸੀ। ਔਰ ਦੂਸਰਾ ਕੁਐਸਚਨ ਹੀ ਆਇਡੈਂਟੀਫਾਈ ਸਮ ਕੀ ਫੈਕਟਰ ਅਫੈਕਟਿੰਗ ਐਕੂਟੇਸ਼ਨ ਆਫ ਸੈਕੰਡ ਲੈਂਗੁਏਜ ਐਂਡ ਡਿਸਕਸ ਦਿਸ ਫੈਕਟਰ ਇਨ ਡਿਟੇਲ। ਦੂਜੀ ਲੈਂਗੁਏਜ ਨੂੰ ਜੋ ਆਪਣੀ ਨੂੰ ਪ੍ਰਭਾਵਿਤ ਕਰਦੇ ਹਨ, ਉਹਦੀ ਪ੍ਰਾਪਤੀ ਉਸ ਦੀ ਜਦੋਂ ਆਪਾਂ ਦੂਜੀ ਲੈਂਗੁਏਜ ਸਿੱਖਦੇ ਹਾਂ ਤਾਂ ਉਸ ਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ, ਉਹਨਾਂ ਬਾਰੇ ਡਿਸਕਸ ਕਰਨਾ ਜੀ ਇਹ ਕੁਐਸਚਨ ਵਿੱਚ। ਇਹਨਾਂ ਦੋਵਾਂ 'ਚ ਜੋ ਵੀ ਕੁਐਸਚਨ ਹੁੰਦੇ ਹਨ ਉਹਨਾਂ ਨੇ ਜ਼ਿਕਰ ਕਰਨਾ ਹੁੰਦਾ ਜੀ। ਅਗਲਾ ਕੁਐਸਚਨ ਹੈ ਵਾਟ ਇਜ਼ ਗ੍ਰਾਮਰ, ਗ੍ਰਾਮਰ ਕੀ ਹੈ। ਟਰਾਂਸਲੇਸ਼ਨ ਮੈਥਡ ਆਫ ਟੀਚਿੰਗ ਇੰਗਲਿਸ਼, ਐਗਜ਼ਾਮਿਨ ਇਟਸ ਮੈਰਿਟ ਐਂਡ ਡੀਮੈਰਿਟਸ ਕ੍ਰਿਟੀਕਲੀ। ਗ੍ਰਾਮਰ ਦੀ ਮੈਰਿਟ ਸੀ ਗੁਣ ਬਾਰੇ ਅਤੇ ਅਵਗੁਣ ਬਾਰੇ ਦੱਸਣ ਇਹਦੇ 'ਚ। ਉਸ ਤੋਂ ਬਾਅਦ ਵਾਟ ਆਰ ਦਾ ਪ੍ਰਿੰਸੀਪਲ ਆਫ ਕੰਸਟਰਕਟਿਵ ਅਪਰੋਚ, ਕੰਸਟਰਕਟਿਵ ਅਪਰੋਚ ਦੇ ਪ੍ਰਿੰਸੀਪਲ ਕੀ ਹਨ। ਗਿਵ ਐਗਜ਼ਾਮਪਲਸ ਆਫ ਸਮ ਕੰਸਟਰਕਟਿਵ ਐਕਟੀਵਿਟੀਜ਼ ਇਨ ਲੈਂਗੁਏਜ ਲਰਨਿੰਗ, ਅਤੇ ਉਦਾਹਰਨਾਂ ਦੇਣੀਆਂ ਜੀ ਕੰਸਟਰਕਟਿਵ ਐਕਟੀਵਿਟੀਜ਼ ਜੋ ਲੈਂਗੁਏਜ ਲਰਨਿੰਗ 'ਚ ਹੁੰਦੀਆਂ ਹਨ। ਇਹ ਦੋਵਾਂ 'ਚੋਂ ਵੀ ਜੋ ਤੁਹਾਨੂੰ ਇੱਕ ਪ੍ਰਸ਼ਨ ਆਉਣਾ ਜੀ ਉਹ ਕਰਨਾ ਹੁੰਦਾ ਹੈ। ਸੀ ਕੁਐਸਚਨ ਜੋ ਹੈ ਡਿਸਕਸ ਪ੍ਰੀ ਰੀਡਿੰਗ, ਵਾਈਲ ਰੀਡਿੰਗ ਐਂਡ ਪੋਸਟ ਰੀਡਿੰਗ ਸਟੇਜਿਸ ਇਨ ਲੈਂਗੁਏਜ ਕਲਾਸਰੂਮ। ਜਦੋਂ ਤੁਸੀਂ ਟੀਚਰ ਪ੍ਰੈਕਟਿਸ ਲਾਉਂਦੇ ਹੋ ਜੀ, ਉਸ ਤੋਂ ਪਹਿਲਾਂ ਜਿਵੇਂ ਆਪਾਂ ਕੋਈ ਟੋਪਿਕ ਕਰਾਉਣ ਜਾ ਰਹੇ ਹਾਂ, ਉਸ ਤੋਂ ਪਹਿਲਾਂ ਆਪਾਂ ਪ੍ਰੀ ਰੀਡਿੰਗ ਕਰਦੇ ਹਾਂ, ਫਿਰ ਵਾਈਲ ਰੀਡਿੰਗ ਦੇ ਵਿੱਚ ਐਂਡ ਪੋਸਟ ਰੀਡਿੰਗ ਸਟੇਜ ਜੋ ਹੈ, ਜੋ ਆਪਾਂ ਫਾਈਲਸ ਵੀ ਬਣਾਉਣੇ ਆ ਉਸ ਵਿੱਚ ਵੀ ਆਪਾਂ ਇਹ ਲਿਖਿਆ ਹੁੰਦਾ ਜੀ ਪ੍ਰੀ ਰੀਡਿੰਗ, ਪੋਸਟ ਰੀਡਿੰਗ, ਪੀਕੇ ਟੈਸਟਿੰਗ, ਉਸ ਬਾਰੇ ਹੈ ਥੋੜ੍ਹਾ। ਉਸ ਤੋਂ ਬਾਅਦ ਦੇਖੋ ਹਾਊ ਕੈਨ ਗ੍ਰਾਮਰ ਬੀ ਟਾਊਟ ਟੂ ਸਟਰੈਂਥ ਲੈਂਗੁਏਜ ਐਕੂਟੇਸ਼ਨ, ਗਿਵ ਸਮ ਸੁਜੈਸ਼ਨਸ। ਜੋ ਗ੍ਰਾਮਰ ਹੈ ਉਹ ਕਿਸ ਤਰ੍ਹਾਂ ਕਰਾਈ ਜਾਵੇ ਲੈਂਗੁਏਜ ਐਕੂਟੇਸ਼ਨ ਲਈ ਜੀ, ਉਹਦੇ ਬਾਰੇ ਸੁਝਾਅ ਦੇਣੇ ਆ। ਦੋਵਾਂ 'ਚ ਇੱਕ ਕੁਐਸਚਨ, ਇਹ ਵੀ 8 ਮਾਰਕਸ ਦਾ। ਲਾਸਟ ਕੁਐਸਚਨ 8 ਮਾਰਕਸ ਵਾਲਾ, ਵਾਈ ਐਂਡ ਹਾਊ ਸ਼ੁੱਡ ਚਿਲਡਰਨ ਬੀ ਅਸੈਸਡ ਰਾਈਟ ਇਨ ਡਿਟੇਲ, ਨੇਮ ਸਮ ਟੂਲਸ ਐਂਡ ਟੈਕਨੀਕਸ ਵਿਚ ਕੈਨ ਬੀ ਯੂਜ਼ਡ ਫੋਰ ਅਸੈਸਮੈਂਟ, ਗਿਵ ਦੇਅਰ ਐਡਵਾਂਟੇਜ ਆਲਸੋ। 8 ਮਾਰਕਸ ਦਾ ਕੁਐਸਚਨ ਹੈ ਜੀ। ਇਹ ਤੁਹਾਨੂੰ 2-3 ਪੇਜ ਜਾਂ 3 ਪੇਜ ਦਾ ਲਿਖਣਾ ਚਾਹੀਦਾ ਵੈਸੇ ਤਾਂ ਜੀ, ਪਰ ਗਲਤੀਆਂ ਘੱਟ ਕਰਨ ਲਈ ਤੁਸੀਂ 2 ਪੇਜ ਦਾ ਵੀ ਲਿਖ ਸਕਦੇ ਹੋ। ਇੰਗਲਿਸ਼ ਵਿੱਚ ਐਂ ਜੀ, ਤੁਸੀਂ ਗਲਤੀਆਂ ਘੱਟ ਕਰੋ, ਭਾਵੇਂ ਥੋੜ੍ਹਾ ਘੱਟ ਲਿਖ ਦਿਓ, ਵਧੀਆ ਨੰਬਰ ਮਿਲ ਜਾਂਦੇ ਹਨ। ਪਰ ਬਾਕੀ ਸਬਜੈਕਟਾਂ ਵਿੱਚ ਹੀ ਤੁਸੀਂ ਵਧੀਆ ਲਿਖ ਦਿਓ। ਗਲਤੀਆਂ ਤੁਸੀਂ ਪੰਜਾਬੀ ਵਿੱਚ, ਤੁਹਾਨੂੰ ਪਤਾ ਆਪਾਂ ਪੰਜਾਬੀ ਵਾਲੇ ਹਾਂ ਜੀ, ਪੰਜਾਬੀ ਵਿੱਚ ਗਲਤੀਆਂ ਹੁੰਦੀਆਂ ਘੱਟ ਹਨ। ਇੰਗਲਿਸ਼ ਲਿਖਣ ਵੇਲੇ ਗਲਤੀਆਂ ਆਪਣੇ ਕੋਲ ਕਈ ਵਾਰ ਹੋ ਜਾਂਦੀਆਂ ਨੇ, ਗ੍ਰਾਮਰ ਐਰਰਸ, ਹੋਰ ਐਰਰਸ ਹੋ ਜਾਂਦੀਆਂ ਨੇ। ਇਸ ਤੋਂ ਬਾਅਦ ਆਪਾਂ ਨੂੰ ਜੀ ਜੋ ਆਊਗਾ ਪਾਰਟ ਬੀ 'ਚ ਪਹਿਲਾਂ 4 ਮਾਰਕਸ ਦਾ ਪੈਰਾਗ੍ਰਾਫ ਆਊਗਾ, ਔਰ ਆਊਗਾ ਜੀ ਈਮੇਲ ਪ੍ਰਿੰਸੀਪਲ ਟੂ ਆਫ ਡਾਈਟ ਰਿਕੁਐਸਟਿੰਗ ਹਿਮ ਅਰੇਂਜ ਫੋਰ ਐਨ ਇੰਟਰ ਸਟੇਟ ਐਜੂਕੇਸ਼ਨਲ ਟੂਰ ਔਰ ਐਨ ਆਈਡਲ ਟੀਚਰ, ਪਿਛਲੀ ਵਾਰ ਆਇਆ ਸੀ। 4 ਮਾਰਕਸ ਦਾ ਇਹ ਆਊਗਾ, ਇੱਕ ਪੇਜ 'ਤੇ ਹੋ ਜੂਗਾ ਇਹ ਤਾਂ ਜੀ। ਇਹ ਆਪਾਂ ਕਰਾਂਗੇ ਅੱਗੋਂ ਜਦੋਂ ਆਪਾਂ ਕਲਾਸਾਂ ਲਾਵਾਂਗੇ, ਲਗਾਤਾਰ ਇਸ ਦੀਆਂ ਕਲਾਸਾਂ ਚੱਲਣਗੀਆਂ ਜੀ, ਉਦੋਂ ਫਿਰ ਇਸ ਬਾਰੇ ਡਿਸਕਸ ਕਰਾਂਗੇ। ਜੋ ਗ੍ਰਾਮਰ ਹੈ ਜੀ ਇਹ 14 ਮਾਰਕਸ ਦੀ ਆਊਗੀ ਤੁਹਾਡੇ। ਆਪਣੇ ਇੱਥੇ ਤੱਕ ਨੰਬਰ ਹੋ ਗਏ ਸੀ 52,456 ਔਰ 14 ਇਹ 70 ਮਾਰਕਸ ਦਾ ਤੁਹਾਡਾ ਪੇਪਰ ਪੂਰਾ ਹੋ ਗਿਆ ਜੀ। ਗ੍ਰਾਮਰ ਦੇ ਵਿੱਚ ਦੇਖ ਲਓ ਤੁਸੀਂ 7 ਚੀਜ਼ਾਂ ਆਉਣਗੀਆਂ 2-2 ਮਾਰਕਸ ਦੀਆਂ। ਥੋੜ੍ਹਾ ਬਹੁਤ ਚੇਂਜ ਵੀ ਹੋ ਸਕਦਾ ਤੁਹਾਡੇ ਸਿਲੇਬਸ ਦੇ ਹਿਸਾਬ ਨਾਲ। ਦੇਖ ਲਓ ਸੈਪਰੇਟ ਸਬਜੈਕਟ ਐਂਡ ਪ੍ਰੀਡੀਕੇਟ ਇਨ ਦਾ ਫੋਲੋਇੰਗ ਸੈਂਟੈਂਸ। ਸਬਜੈਕਟ ਅਤੇ ਪ੍ਰੀਡੀਕੇਟ ਨੂੰ ਆਪਾਂ ਜੀ ਅਲੱਗ ਕਰਨਾ ਹੈ। ਫੋਲੋਇੰਗ ਸੈਂਟੈਂਸ ਦਿੱਤਾ ਹੋਊਗਾ, ਬਸ ਇਹਦੇ 'ਚ ਅਲੱਗ ਕਰਕੇ ਦੱਸਣਾ ਜੀ ਸਬਜੈਕਟ ਕਿਹੜਾ, ਸਬਜੈਕਟ ਪੁੱਛ ਸਕਦੇ ਜਾਂ ਪ੍ਰੀਡੀਕੇਟ ਪੁੱਛ ਸਕਦੇ ਆ। ਸਬਜੈਕਟ ਨਾਊਨ ਹੁੰਦਾ ਜੀ ਜੋ ਅੱਗੇ ਹੁੰਦਾ ਹੈ, ਅਤੇ ਪ੍ਰੀਡੀਕੇਟ ਜੋ ਬਾਕੀ ਵਰਬ ਬਚ ਜਾਂਦੀ ਆ, ਓਬਜੈਕਟ ਹੁੰਦਾ, ਉਹ ਹੁੰਦਾ ਜੀ ਪ੍ਰੀਡੀਕੇਟ। ਸ਼ੁਰੂ ਕਰਦੇ ਹਾਂ ਜਿਵੇਂ ਇਹਦੇ ਵਿੱਚ ਦਾ ਬਿਊਟੀਫੁਲ ਰੇਨਬੋ ਸੋਨ ਫੈਡਡ ਅਵੇ। ਇਹਦੇ ਵਿੱਚ ਸਬਜੈਕਟ ਹੈ ਦਾ ਬਿਊਟੀਫੁਲ ਰੇਨਬੋ। ਅਗਲੇ 'ਚ ਆਈ ਸ਼ੂਟ ਐਨ ਐਰੋ ਇਨ ਟੂ ਦਾ ਏਅਰ, ਮੈਂ ਹਵਾ ਵਿੱਚ ਤੀਰ ਚਲਾ ਜਾਂਦੀ ਪੰਜਾਬੀ। ਇਹਦਾ ਪਹਿਲਾ ਆਈ ਹੈ ਜੋ ਇਹ ਹੈ ਜੀ ਆਈ ਜੋ ਹੈ ਇਹ ਸਬਜੈਕਟ ਹੈ, ਅਤੇ ਬਾਕੀ ਤੁਹਾਡਾ ਪ੍ਰੀਡੀਕੇਟ ਹੈ। ਬੀ ਵਿੱਚ ਆਪਾਂ ਕਰਾਂਗੇ ਰੀ ਰਾਈਟ ਦਾ ਸੈਂਟੈਂਸ ਆਫਟਰ ਚੇਂਜਿੰਗ ਦਾ ਨੰਬਰ ਜੋ ਹੈ, ਜੋ ਨੰਬਰ ਆਪਣੇ ਹੁੰਦੇ ਆ ਜਿਸ ਨੂੰ ਪੰਜਾਬੀ 'ਚ ਵਚਨ ਬਦਲੋ ਕਹਿੰਦੇ ਹਨ, ਉਸ ਨੂੰ ਬਦਲ ਕੇ ਆਪਾਂ ਸੈਂਟੈਂਸ ਨੂੰ ਦੁਬਾਰਾ ਲਿਖਣਾ। ਇਸ ਵਿੱਚ ਨੰਬਰ ਹੈ ਟੇਬਲ ਨੂੰ ਆਪਾਂ ਬਦਲਾਂਗੇ ਟੇਬਲਸ ਹੋ ਜਾਊਗਾ, ਪਰ ਟੇਬਲਸ ਹੋਣ ਨਾਲ ਇਹ ਜ਼ਿਆਦਾ ਹੋਣ ਨਾਲ ਅੱਗੇ ਏ ਨਹੀਂ ਲੱਗੂਗਾ ਜੀ, ਅੱਗੇ ਦਾ ਲੱਗ ਜਾਊਗਾ, ਅਤੇ ਦਾ ਟੇਬਲਸ ਦੇ ਬਾਅਦ ਇਜ਼ ਵੀ ਨਹੀਂ ਲੱਗੂਗਾ, ਆਰ ਆ ਜਾਊਗਾ। ਦੇਖੋ ਇੱਕ ਥੋੜ੍ਹੀ ਜਿਹੀ ਚੇਂਜ ਨਾਲ ਕਿੰਨਾ ਕੁਝ ਹੀ ਚੇਂਜ ਹੋ ਗਿਆ। ਇਸ ਲਈ ਗ੍ਰਾਮਰ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ ਜੀ। ਦਾ ਟੇਬਲ ਇਜ਼ ਮੇਡ ਆਫ ਵੁੱਡ, ਇਸ ਦਾ ਆਨਸਰ ਆਏਗਾ ਦਾ ਟੇਬਲ ਇਜ਼ ਮੇਡ ਆਫ ਵੁੱਡ। ਨੀਚੇ ਤਾਂ ਲਿਖ ਦਿੰਦਾ ਹੀ ਆ, ਦੇਖੋ ਇਸ ਦਾ ਆਨਸਰ ਆਊਗਾ ਦਾ ਟੇਬਲ
the tables are made of woods। ਇਹ ਇਸ ਦਾ ਆਨਸਰ ਆਊਗਾ ਜੀ। ਉਸ ਤੋਂ ਬਾਅਦ ਤੁਸੀਂ ਦੇਖੋ ਅਗਲਾ ਜੋ ਹੈ, ਰੀਰਾਈਟ ਦਾ ਸੈਂਟੈਂਸ ਆਫਟਰ ਚੇਂਜਿੰਗ ਦਾ ਜੈਂਡਰ। ਲਿੰਗ ਬਦਲਣ ਤੋਂ ਮਤਲਬ ਇਸ ਦਾ, ਦਾ ਪ੍ਰਿੰਸ ਪੁਨਿਸ਼ਡ ਦਾ ਐਕਟਰ ਹੂ ਵਾਜ਼ ਏ ਟ੍ਰੇਟਰ। ਇਸ ਵਿੱਚ ਪ੍ਰਿੰਸ ਦਾ ਪ੍ਰਿੰਸਿਸ ਬਣ ਜਾਊਗਾ ਜੀ, ਐਕਟਰ ਦਾ ਐਕਟਰਸ ਬਣ ਜਾਊਗਾ, ਔਰ ਟ੍ਰੇਟਰ ਦਾ ਟ੍ਰੇਟਰਿਸ ਬਣ ਜਾਊਗਾ। ਅਗਲਾ ਜੋ ਹੈ ਫਿਲ ਇਨ ਦਾ ਬਲੈਂਕਸ ਕਰਨੀ ਹੈ ਮੋਡਲਸ ਔਰ ਐਲੈਗਜ਼ਰੀ ਵਿੱਚੋਂ। ਡੈਸ਼ ਯੂ ਲਿਵ ਹੈਪੀਲੀ ਐਂਡ ਲੌਂਗ, ਇਸ ਵਿੱਚ ਹੀ ਮੇ ਲਿਖਦੇ ਹਾਂ ਆਪਾਂ, ਮੇ ਯੂ ਲਿਵ ਹੈਪੀਲੀ ਐਂਡ ਲੌਂਗ, ਕਿਸੇ ਵਾਸਤੇ ਆਪਾਂ ਜਦੋਂ ਬੋਲਦੇ ਹਾਂ ਜੀ ਤੁਸੀਂ ਵਧੀਆ ਰਹੋ, ਖੁਸ਼ਹਾਲ ਜ਼ਿੰਦਗੀ ਜੀਓ। ਅਗਲਾ ਜੀ ਆਈ ਡੂ ਨਾਟ ਥਿੰਕ ਆਈ ਡੈਸ਼ ਬੀ ਏਬਲ ਟੂ ਗੋ, ਇਸ ਵਿੱਚ ਹੀ ਤੁਹਾਨੂੰ ਆਪਸ਼ਨ ਦਿੱਤੀਆਂ ਸ਼ੁੱਡ, ਸ਼ੈਲ, ਕੈਨ। ਆਈ ਤੋਂ ਬਾਅਦ ਹੀ ਸ਼ੈਲ ਲੱਗਦਾ, ਵੂਈ ਤੇ ਆਈ ਨਾਲ ਅਸੀਂ ਸ਼ੈਲ ਲਾਉਣੇ ਆ, ਤੁਹਾਨੂੰ ਪਤਾ ਹੀ ਹੈ ਆਪਾਂ ਛੋਟੀਆਂ ਕਲਾਸਾਂ 'ਚ ਕੀਤਾ ਹੈ। ਵੂਈ ਤੇ ਆਈ ਨਾਲ ਆਪਾਂ ਸ਼ੈਲ ਲਾਉਣੇ ਆ ਜੀ, ਇਸ ਕਰਕੇ ਇੱਥੇ ਸ਼ੈਲ ਆ ਜਾਊਗਾ। ਉਸ ਤੋਂ ਬਾਅਦ ਸੈਂਟੈਂਸ ਬਣਾਉਣੇ ਡਰੋਪ ਦਾ ਅਤੇ ਡੀਲ ਦਾ ਨਾਊਨ ਔਰ ਵਰਬ ਦੀ ਤਰ੍ਹਾਂ। ਪਹਿਲਾਂ ਨੂੰ ਤੁਸੀਂ ਦੇਖੋ ਜੀ, ਡਰੋਪ ਨੂੰ ਤੁਸੀਂ ਵਰਬ ਵਿੱਚ ਬਦਲ ਲਓ ਡਰੋਪਡ। ਪਹਿਲਾਂ ਨਾਊਨ ਦਾ ਇੱਕ ਬਣਾ ਦਿਓ, ਡਰੋਪ ਵਿੱਚ ਡਰੋਪ ਦਾ ਹੀ ਨਾਊਨ ਬਣ ਜਾਊਗਾ। ਇੱਕ ਸੈਂਟੈਂਸ ਕੁਛ ਵੀ ਲਿਖ ਦਿਓ ਜੀ, ਜਿਵੇਂ ਦਾ ਰੇਨ ਇਜ਼ ਡਰੋਪ ਬਾਏ ਕਲੋਡਸ, ਡਰੋਪ ਫਰੋਮ ਕਲੋਡਸ, ਜੋ ਰੇਨ ਹੈ ਜੀ ਉਹ ਕਲੋਡਸ ਵਿੱਚੋਂ ਨਿਕਲਦੀ ਹੈ। ਅਤੇ ਇਸੇ ਤਰ੍ਹਾਂ ਹੀ ਹੀ ਡਰੋਪਡ ਮੀ ਐਟ ਸਟੇਸ਼ਨ, ਇਸ ਦਾ ਬਣ ਗਿਆ ਵਰਬ। ਇਸ ਤਰ੍ਹਾਂ ਹੀ ਡੀਲ ਦਾ ਬਣਾਉਣਾ ਤੁਸੀਂ ਅੱਗੇ ਹੀ। ਉਸ ਤੋਂ ਬਾਅਦ ਦੇਖੋ ਕਰੈਕਟ ਸਪੈਲਿੰਗ ਆਫ ਫੋਲੋਇੰਗ ਵਰਡਸ। ਕਰੈਕਟ ਸਪੈਲਿੰਗ ਇਸ ਬਾਰੇ ਦੱਸਣੇ, ਕੰਟਰੋਲਰ ਦੇ ਸਪੈਲਿੰਗ ਗਲਤ ਹੈ, ਡਿਵੈਲਪਮੈਂਟ ਦੇ ਗਲਤ ਆ, ਇਹਨਾਂ ਦੇ ਸਹੀ ਸਪੈਲਿੰਗ ਆਪਾਂ ਲਿਖਣੇ ਆ। ਡਿਵੈਲਪਮੈਂਟ ਵਿੱਚ ਇੱਥੋਂ ਈ ਕੱਟਿਆ ਜਾਊਗਾ, ਈ ਕੱਟ ਦੋਗੇ ਤਾਂ ਤੁਸੀਂ ਤੁਹਾਡਾ ਡਿਵੈਲਪਮੈਂਟ ਸਹੀ ਆ ਜਾਊਗਾ। ਅਤੇ ਕੰਟਰੋਲਰ ਵਿੱਚ ਹੀ ਤੁਹਾਡਾ ਇੱਥੇ ਦੇਖੋ ਤੁਸੀਂ ਧਿਆਨ ਨਾਲ CONTROLL ਆਉਣਾ ਜੀ, ਇੱਥੇ ਜੋ ਇੱਕ ਐਲ ਹੈ ਇਹ ਡਬਲ ਐਲ ਆਉਣਾ ਸੀ ਇੱਥੇ ਕੰਟਰੋਲਰ। ਇੱਥੇ ਤੁਹਾਨੂੰ ਮੈਂ ਲਿਖ ਦਿੰਦਾ ਜਿਵੇਂ ਕੰਟਰੋਲਰ ਦੇ ਸਪੈਲਿੰਗ CONTROLLER, ਔਰ ਡਿਵੈਲਪਮੈਂਟ ਦੇ ਡੀ, ਇਸ ਵਿੱਚ ਬਸ ਈ ਕੱਟਣਾ ਹੈ, ਬਾਕੀ ਡਿਵੈਲਪਮੈਂਟ ਦੇ ਸਪੈਲਿੰਗ ਸੇਮ ਹਨ। ਜੀ ਜੋ ਹੈ ਜੀ ਪੰਚੁਏਟ ਦਾ ਫੋਲੋਇੰਗ ਸੈਂਟੈਂਸ, ਦਾ ਟੀਚਰ ਸੈਡ ਲੰਡਨ ਸਟੈਂਡਸ ਔਨ ਦਾ ਥੈਮਸ। ਥੈਮਸ ਜੋ ਹੀ ਇੱਕ ਨਦੀ ਹੈ, ਵੈਸੇ ਰੀਵਰ ਹੈ ਲੰਡਨ ਦੀ, ਜਿਸ ਉੱਪਰ ਲੰਡਨ ਸਟੈਂਡ ਕਰਦਾ ਜਾਂ ਵਸਿਆ ਹੋਇਆ ਜੀ। ਇਸ ਵਿੱਚ ਪੰਚੁਏਸ਼ਨ ਕਰਦੇ ਹੀ ਪਹਿਲਾ ਅੱਖਰ ਵੱਡਾ ਦਾ ਆ ਜਾਊਗਾ, ਟੀਚਰ ਉਵੇਂ ਆ ਜਾਊਗਾ, ਦਾ ਟੀਚਰ ਸੈਡ, ਦਾ ਟੀਚਰ ਸੈਡ। ਦੁਬਾਰਾ ਤੋਂ ਦੇਖੋ ਤੁਸੀਂ, ਦਾ ਟੀਚਰ ਸੈਡ, ਇਸ ਤੋਂ ਬਾਅਦ ਹੀ ਕੋਮੇ ਅਤੇ ਇਨਵਰਟਡ ਕੋਮੇ ਸ਼ੁਰੂ ਹੋ ਜਾਣਗੇ। ਫਿਰ ਤੁਸੀਂ ਐਵੇਂ ਲੰਡਨ ਲਿਖ ਕੇ ਸਟੈਂਡਸ ਔਨ ਦਾ ਥੇਮਸ, ਇੱਥੇ ਡੋਟ ਔਰ ਕੋਮੇ ਖਤਮ, ਬਸ ਐਵੇਂ ਕਰਨਾ ਜੀ। ਇੱਥੇ ਭਾਵੇਂ ਤੁਸੀਂ ਲਿਖ ਹੀ ਲਓ ਲੰਡਨ ਸਟੈਂਡਸ ਔਨ ਦਾ ਥੈਮਸ ਲਿਖਣ ਤੋਂ ਬਾਅਦ ਹੀ ਇੱਥੇ ਤੁਸੀਂ ਡਬਲ ਕੋਮੇ ਬੰਦ ਕਰ ਦਿੰਦੇ ਔਰ ਡੋਟ ਲਾ ਦੇਣੀ ਹੈ। ਇਹ ਤੁਹਾਡਾ ਆਪਾਂ ਪੇਪਰ ਡਿਸਕਸ ਕੀਤਾ ਜੀ ਇੰਗਲਿਸ਼ ਦਾ ਸੈਕਿੰਡ ਈਅਰ ਦਾ। ਅਤੇ ਇਸ ਤੋਂ ਬਾਅਦ ਆਪਾਂ ਜੀ ਸੈਕਿੰਡ ਕਲਾਸ ਵਿੱਚ ਆਪਾਂ ਸਿਲੇਬਸ ਡਿਸਕਸ ਕਰਾਂਗੇ, ਅਤੇ ਉਸ ਤੋਂ ਬਾਅਦ ਲਗਾਤਾਰ ਆਪਣੀਆਂ ਇਹ ਕਲਾਸਾਂ ਆਉਣਗੀਆਂ। ਇੰਗਲਿਸ਼ ਤੁਹਾਡੀ ਜੋ ਹੈ ਜੀ ਫਸਟ ਈਅਰ ਤੋਂ ਥੋੜ੍ਹੀ ਹਾਰਡ ਹੈ, ਕਿਉਂਕਿ ਜ਼ਿਆਦਾ ਮਾਰਕਸ ਦਾ ਪੇਪਰ ਹੈ ਔਰ ਲੌਂਗ ਕੁਐਸਚਨ ਵੀ 8-8 ਮਾਰਕਸ ਦੇ ਹਨ। ਇਸ ਲਈ ਤੁਹਾਨੂੰ ਜੀ ਤੁਸੀਂ ਪੂਰੀਆਂ ਕਲਾਸਾਂ ਦੇਖੋਗੇ, ਤੁਹਾਨੂੰ ਇਸ ਬਾਰੇ ਕੋਈ ਵੀ ਟੈਨਸ਼ਨ ਨਹੀਂ ਹੋਊਗੀ ਇੰਗਲਿਸ਼ ਬਾਰੇ। ਅਤੇ ਇਸ ਤੋਂ ਬਾਅਦ ਹੀ ਚੈਨਲ 'ਤੇ ਲਗਾਤਾਰ ਕਲਾਸਾਂ ਤੁਹਾਡੀਆਂ ਚੱਲਣਗੀਆਂ ਇੰਗਲਿਸ਼ ਦੀਆਂ ਵੀ। ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਹੀ ਸਬਸਕ੍ਰਾਈਬ ਕਰ ਲਓ, ਸ਼ੇਅਰ